ਵਾਹਿਗੁਰੂ ਸਾਹਿਬ ਜੀ। बेगमपुरा शहर को नाम, दुख अंधो नहीं तेह ठाऊं। ना तशवीस खिराज ना मालो, खौफ ना खता ना तरस जवाल। अब मोहे खूब वतन गह पाई, ऊहाँ खैर सदा मेरे पाई रहाओ। कायम दायम सदा पातशाही, दोमना सेम एक सो आही। आबादान सदा मशहूर, ऊहाँ गणी बसै मामूर। त्यों त्यों सैल करै ज्यों पावै, महरम महल न को अटकावै। कह रविदास खलास चमारा, जो हम शहरी सो मीत हमारा। कह रविदास खलास चमारा, जो हम शहरी सो मीत हमारा। जुगो जुग अटल ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਤਸੰਗੀ ਜਨੋ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਿੰਨਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਨਾਲ ਜੁੜਨ ਦਾ ਸਾਰਿਆਂ ਨੂੰ ਹੀ ਸਾਨੂੰ ਜੋ ਸੁਭਾਗ ਅਵਸਰ ਪ੍ਰਾਪਤ ਹੋਇਆ, ਹਰ ਰੋਜ਼ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਨਾਲ ਆਪਾਂ ਜੋ ਸਮਾਂ ਬਤੀਤ ਕਰਨ ਦਾ ਯਤਨ ਕਰਦੇ ਹਾਂ। ਭਗਤ ਰਵਿਦਾਸ ਸਾਹਿਬ ਉਹਨਾਂ ਦੇ ਜਿਹੜੇ ਕੁੱਲ 40 ਸ਼ਬਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਅੰਦਰ ਦਰਜ ਹੈ, ਉਹਨਾਂ ਦੀ ਲੜੀਵਾਰ ਵਿਚਾਰ ਆਪਾਂ ਸਾਂਝੀ ਕੀਤੀ ਹੈ। 2 ਸ਼ਬਦ ਉਹਨਾਂ ਦੇ ਆਪਾਂ ਵਿਚਾਰ ਚੁੱਕੇ ਹਾਂ। ਪਹਿਲਾ ਸ਼ਬਦ ਸ੍ਰੀ ਰਾਗ ਦੇ ਅੰਦਰ, ਤੇ ਉਸ ਤੋਂ ਬਾਅਦ ਜਿਹੜਾ ਕੱਲ ਆਪਾਂ ਸ਼ਬਦ ਦੀ ਵਿਚਾਰ ਕੀਤੀ ਸੀ ਗੌੜੀ ਰਾਗ ਦੇ ਅੰਦਰ, ਜੈਦੇਵ ਜੀ ਦੇ ਵਾਹਿਗੁਰੂ ਭਗਤ ਰਵਿਦਾਸ ਜੀ ਦੇ ਪਦਿਆਂ ਦੇ ਸਿਰਲੇਖ ਹੇਠ ਸ਼ਬਦ ਦਰਜ ਹੈ। ਅੱਜ ਜਿਹੜਾ ਸ਼ਬਦ ਆਪਾਂ ਪੜ੍ਹਿਆ ਇਹ
ਗੌੜੀ ਰਾਗ ਦੇ ਅੰਦਰ ਦੂਜਾ ਸ਼ਬਦ ਹੈ ਤੇ ਗਿਣਤੀ ਦੇ ਵਿੱਚ ਇਹ ਭਗਤ ਰਵਿਦਾਸ ਸਾਹਿਬ ਜੀ ਦਾ ਤੀਸਰਾ ਸ਼ਬਦ ਹੈ। ਤੇ ਆਓ ਕੋਸ਼ਿਸ਼ ਕਰੀਏ ਪਾਵਨ ਗੁਰਬਾਣੀ ਦੀਆਂ ਵਿਚਾਰਾਂ ਆਰੰਭਣ ਤੋਂ ਪਹਿਲਾਂ ਸਾਰੇ ਆਪਾਂ ਰਲ ਮਿਲ ਗੁਰਦਰਬਾਰ ਦੀ ਮਰਿਆਦਾ ਨਿਭਾ ਲਈਏ। ਜਿੰਨੀਆਂ ਵੀ ਸੰਗਤਾਂ ਜੁੜਮਲ ਬੈਠੀਆਂ ਨੇ, ਆਓ ਭਾਈ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਕੋਈ ਵੀ ਰਸਨਾ ਗੁਰੂ ਫਤਿਹ ਤੋਂ ਵਾਂਝੀ ਨਾ ਰਹਿ ਜਾਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਹਾਨ ਤੇ ਬਹੁਤ ਭਲੇ ਵਾਲੀ ਜਿਹੜੀ ਸੋਚ ਤੇ ਜਿਹੜੀ ਭਾਵਨਾ ਭਗਤ ਰਵਿਦਾਸ ਸਾਹਿਬ ਜੀ ਦੇ ਪਾਵਨ ਸ਼ਬਦ ਵਿੱਚੋਂ ਝਲਕਦੀ ਹੈ। ਪਾਵਨ ਸ਼ਬਦ ਦੇ ਵਿੱਚ ਉਹ ਐਸੀ ਦੁਨੀਆ ਦੀ, ਐਸੇ ਜਹਾਨ ਦੀ ਗੱਲ ਕਰ ਰਹੇ ਹੈ ਵੀ ਜਿੱਥੇ ਹਰੇਕ ਵਾਸਤੇ ਰਹਿਣਾ ਸੌਖਾ ਹੋਵੇ। ਪਾਵਨ ਗੁਰਬਾਣੀ ਦਾ ਇੱਕ ਬੋਲ ਹੈ, ਸਤਿਗੁਰੂ ਕਿਰਪਾ ਕਰਦੇ ਆ ਨਾਲ ਨਾਲ, ਕਹਿੰਦੇ ਨਾਨਕ ਬੱਧਾ ਘਰ ਤਾਹਾਂ ਜਿੱਥੈ ਮਿਰਤ ਨਾ ਜਨਮ ਜਰਾ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਸ੍ਰੀ ਰਾਗ ਦੇ ਅੰਦਰ ਬੋਲ ਹੈ, ਨਾਨਕ ਬੱਧਾ ਘਰ ਤਾਹਾਂ। ਕਹਿੰਦੇ ਮੈਂ ਆਪਣਾ ਘਰ ਉੱਥੇ ਬਣਾਇਆ ਜਿੱਥੇ ਜਨਮ ਨਾ ਜਰਾ। ਮੌਤ, ਜਨਮ ਤੇ ਜ਼ਰਾ, ਜ਼ਰਾ ਦਾ ਮਤਲਬ ਹੁੰਦਾ ਬੁਢੇਪਾ, ਭਾਵ ਕਮਜ਼ੋਰੀ। ਨਾਨਕ ਬੱਧਾ ਘਰ ਤਾਹਾਂ ਜਿੱਥੇ ਮਿਰਤ ਨਾ ਜਨਮ ਜਰਾ। ਕਹਿੰਦੇ ਮੈਂ ਇਹੋ ਜੀ ਥਾਂ ਉੱਤੇ ਘਰ ਬਣਾਇਆ ਜਿੱਥੇ ਨਾ ਤਾਂ ਮੌਤ ਦਾ ਡਰ ਹੈ, ਨਾ ਹੀ ਆਵਾਗੁਣ ਭਾਵ ਜਨਮ ਮਰਨ, ਤੇ ਨਾ ਹੀ ਕੋਈ ਕਮਜ਼ੋਰੀ ਪੈਂਦੀ ਹੈ। ਗੁਰਬਾਣੀ ਦੇ ਰਾਹੀਂ ਆਪਾਂ ਬਹੁਤ ਵਾਰ ਇਹ ਗੱਲ ਸਾਂਝੀ ਕੀਤੀ ਹੈ ਵੀ ਗੁਰਬਾਣੀ ਮੌਤ ਮੰਨਦੀ ਹੈ ਜ਼ਮੀਰ ਦੇ ਮਰਨ ਨੂੰ। ਜਦੋਂ ਹੀ ਸਾਡੀ ਬਿਰਤੀ, ਸਾਡੀ ਸੋਚ ਵਿਕਾਰਾਂ ਦੇ ਘੇਰੇ ਵਿੱਚ ਆ ਕੇ ਕਮਜ਼ੋਰ ਹੋ ਜਾਂਦੀ ਹੈ ਤਾਂ ਬੰਦੇ ਦੀ ਆਤਮਿਕ ਮੌਤ ਹੁੰਦੀ ਹੈ, ਜ਼ਮੀਰ ਮਰਦੀ ਹੈ ਬੰਦੇ ਦੀ। ਇਹਨੂੰ ਗੁਰਬਾਣੀ ਮੌਤ ਦੱਸਦੀ ਹੈ, ਮਰਨ। ਜਨਮ ਦਾ ਮਤਲਬ ਹੁੰਦਾ ਹੈ ਪਲ ਪਲ ਜੰਮਣਾ ਮਰਨਾ। ਜ਼ਰਾ ਮਤਲਬ ਕਮਜ਼ੋਰੀ, ਬੁਢੇਪਾ। ਹੁਣ ਜਿਹੜਾ ਬਾਹਰੀ ਤੌਰ ਤੇ ਤਾਂ ਸਾਡਾ ਜਨਮ ਹੋਇਆ ਹੀ ਹੈ, ਬਾਹਰੀ ਤੌਰ ਤੇ ਬੁਢੇਪਾ ਵੀ ਆਉਣਾ, ਸਰੀਰ ਤੇ ਆਉਣਾ ਹੀ ਆਉਣਾ, ਮੌਤ ਵੀ ਆਉਣੀ ਆਉਣੀ ਹੈ। ਪਰ ਸਤਿਗੁਰੂ ਦੀ ਪਾਵਨ ਬਾਣੀ ਕਹਿੰਦੀ ਵੀ ਮੈਂ ਇਹੋ ਜਿਹੇ ਥਾਂ ਘਰ ਬਣਾ ਲਿਆ ਜਿੱਥੇ ਨਾ ਤਾਂ ਮੌਤ ਆਉਂਦੀ ਹੈ ਤੇ ਨਾ ਜੰਮਣ ਮਰਨ ਦਾ ਗੇੜ ਹੁੰਦਾ ਤੇ ਨਾ ਹੀ ਕਮਜ਼ੋਰੀ ਬੁਢੇਪਾ ਆਉਂਦਾ। ਹੁਣ ਇਹ ਜਿਹੜੀ ਬਾਤ ਹੈ ਨਾ, ਇਹ ਬਹੁਤ ਉੱਚ ਪਦਵੀ ਦੇ ਆਤਮਿਕ ਜੀਵਨ ਦੀ ਗੱਲ ਹੈ। ਬਹੁਤ ਉੱਚੇ ਪੱਧਰ ਤੇ ਜਾ ਕੇ ਜਿਉਣਾ ਕਹਿੰਦੇ ਇਹਨੂੰ। ਭਗਤ ਰਵਿਦਾਸ ਸਾਹਿਬ ਜੀ ਦਾ ਜਿਹੜਾ ਆਪਾਂ ਪਾਵਨ ਬੋਲ ਪੜ੍ਹਿਆ, ਆਤਮਿਕ ਜੀਵਨ ਜਾਂ ਏਦਾਂ ਕਹਿ ਲਓ ਸੋਝੀ ਵਾਲਾ ਜੀਵਨ ਕਿਵੇਂ ਜਿਉਣਾ ਹੈ, ਉਹ ਉਹਨਾਂ ਦੇ ਜੀਵਨ ਦੇ ਵਿੱਚੋਂ, ਉਹਨਾਂ ਦੇ ਇਹਨਾਂ ਪਾਵਨ ਬੋਲਾਂ ਦੇ ਵਿੱਚੋਂ ਝਲਕ ਰਿਹਾ। ਤੇ ਉਹ ਕਿਰਪਾ ਕਰ ਰਹੇ ਨੇ। ਰਹਾਉ ਵਾਲਾ ਬੰਦ ਹੈ, ਕਹਿੰਦੇ ਅਬ ਮੋਹਿ ਖੂਬ ਵਤਨ ਗਹ ਪਾਈ। ਅਬ ਮੋਹਿ ਖੂਬ ਵਤਨ ਗਹ ਪਾਈ। ਕਹਿੰਦੇ ਹੁਣ ਮੈਂ ਵਸਣ ਦੇ ਲਈ ਸੋਹਣੀ ਥਾਂ ਲੱਭ ਲਈ ਹੈ। ਉਹਾਂ ਖੈਰ ਸਦਾ ਮੇਰੇ ਭਾਈ, ਉੱਥੇ ਖੈਰ ਹੈ ਸਦਾ, ਭਾਵ ਸੁੱਖ ਹੀ ਸੁੱਖ ਹੈ ਉਸ ਥਾਂ ਦੇ ਉੱਤੇ। ਇੱਕ ਗੱਲ ਜ਼ਰੂਰ ਸਮਝਿਓ, ਜਿਹੜਾ ਇਹ ਪਾਵਨ ਸ਼ਬਦ ਗੁਰਬਾਣੀ ਦਾ ਹੈ ਨਾ, ਇੱਕ ਤਾਂ ਇਹ ਸਾਡੇ ਆਤਮਿਕ ਜੀਵਨ ਨੂੰ ਜਿਉਣ ਦੇ ਲਈ
ਸੋਝੀ ਬਖਸ਼ਦਾ ਹੈ। ਇਸੇ ਸ਼ਬਦ ਦੇ ਆਧਾਰ ਨੂੰ ਅਸੀਂ ਬਾਹਰੀ ਤੌਰ ਤੇ ਲਾ ਕੇ ਵੀ ਵੇਖ ਸਕਦੇ ਹਾਂ ਵੀ ਦੁਨੀਆ ਦੇ ਅੰਦਰ ਇਹੋ ਜਿਹਾ ਮਾਹੌਲ ਬਣੇ ਜਿੱਥੇ ਖੌਫ ਖਤਾ ਖਤਮ ਹੋ ਜਾਵੇ, ਸਦਾ ਸੁਖੀ ਹੀ ਸੁਖੀ ਹੋਣ। ਭਾਵਨਾ ਜਦੋਂ ਅੰਦਰ ਸਹੀ ਪੈਦਾ ਹੋ ਗਈ ਨਾ, ਸੁਖ ਵਾਲੀ ਭਾਵਨਾ ਅੰਦਰ ਪੈਦਾ ਹੋ ਗਈ, ਜਦੋਂ ਅੰਦਰ ਆਨੰਦ ਖੇੜਾ ਪੈਦਾ ਹੋ ਗਿਆ, ਉਦੋਂ ਫਿਰ ਬਾਹਰ ਵੀ ਸੁਖ ਉਪਜਣ ਲੱਗ ਪੈਂਦਾ ਹੈ। ਗੁਰੂ ਨਾਨਕ ਦੇ ਦਰ ਦੀ ਇਹ ਵਡਿਆਈ ਹੈ। ਸਤਿਗੁਰ ਦੀ ਪਾਵਨ ਬਾਣੀ ਨੇ, ਗੁਰਮਤਿ ਦੇ ਸਿਧਾਂਤ ਨੇ ਸਾਨੂੰ ਅੰਦਰੋਂ ਜਿਉਣਾ ਸਿਖਾਇਆ। ਤੁਸੀਂ ਵੇਖੋ, ਇਤਿਹਾਸ ਨਾਲ ਆਪਾਂ ਬਹੁਤ ਵਾਰ ਵਿਚਾਰਾਂ ਦੀ ਸਾਂਝ ਪਾਈ ਹੈ। 18ਵੀਂ ਸਦੀ ਦਾ ਸਮਾਂ ਹੁੰਦਾ ਹੈ ਜਦੋਂ ਸਾਡੇ ਬਜ਼ੁਰਗ ਖਾਲਸੇ ਜਦੋਂ ਜੰਗਲਾਂ ਬੇਲਿਆਂ ਮਾਰੂ ਥਲਾਂ ਦੇ ਵਿੱਚ ਰਹਿੰਦੇ ਆ ਨਾ, ਮੰਨ ਲਓ ਵੀ ਕੋਈ ਵੀ ਬਾਹਰੀ ਉਹਨਾਂ ਦੇ ਕੋਲ ਚੰਗੀ ਸਹੂਲਤ ਨਹੀਂ ਹੈ, ਬਹੁਤ ਹੀ ਚੰਗੀ ਨਹੀਂ ਹੈ, ਰਹਿਣ ਸਹਿਣ ਦਾ ਜਿਹੜਾ ਪ੍ਰਬੰਧ ਨਹੀਂ ਹੈਗਾ, ਪਰ ਜੇ ਉਹ ਮਤਲਬ ਕਿ ਪ੍ਰਸ਼ਾਦਾ ਤਿਆਰ ਕਰਦੇ ਆ, ਜੇ ਖਤਮ ਵੀ ਹੁੰਦਾ ਹੈ ਪ੍ਰਸ਼ਾਦਾ, ਤਾਂ ਉਹ ਇੱਕੋ ਲਫ਼ਜ਼ ਵਰਤਦੇ ਆ, ਕਹਿੰਦੇ ਵੀ ਲੰਗਰ ਮਸਤਾਨੇ ਹੋ ਗਏ ਨੇ, ਲੰਗਰ ਮਸਤਾਨੇ ਹੋ ਗਏ। ਜੇ ਕਿਤੇ ਨੁਕਸਾਨ ਹੁੰਦਾ ਕੌਮ ਦਾ, ਸਿੰਘ ਸਿੰਘਣੀਆਂ ਸ਼ਹੀਦ ਹੁੰਦੇ ਨੇ, ਤਾਂ ਉਹ ਲਫ਼ਜ਼ ਵਰਤਦੇ ਆ ਘੱਲੂਘਾਰਾ ਹੋ ਗਿਆ। ਆਪਣੇ ਆਪ ਦੇ ਵਿੱਚ ਸਪਿਰਟ, ਜੋਸ਼ ਵਾਲੇ ਜਿਹੜੇ ਸ਼ਬਦ ਹੈ ਉਹਨਾਂ ਕੋਲ, ਜਿਵੇਂ ਉਹ ਇੱਕ ਜਣੇ ਨੂੰ 1.25 ਲੱਖ ਕਹਿ ਦਿੰਦੇ ਆ, ਹੋਰ ਅਨੇਕਾਂ ਮੰਨ ਲਓ ਵੀ ਸ਼ਬਦ, ਜਿਵੇਂ ਛੋਲਿਆਂ ਨੂੰ ਉਹ ਬਾਦਾਮ ਕਹਿ ਕੇ ਛਕਦੇ ਹੈ। ਹੁਣ ਇਹ ਚੜ੍ਹਦੀ ਕਲਾ ਵਾਲੇ ਸੁਨੇਹੇ ਆ ਆਪਣੇ ਆਪ ਦੇ ਵਿੱਚ, ਬਹੁਤ ਵੱਡੀ ਗੱਲ ਹੈ। ਆਪਣੇ ਆਪ ਦੇ ਵਿੱਚ ਸੈਲਫ ਕੌਨਫੀਡੈਂਸ, ਵਿਸ਼ਵਾਸ ਇੰਨਾ। ਹੁਣ ਇਸ ਚੀਜ਼ ਦੇ ਨਾਲ ਜਦੋਂ ਬੰਦਾ ਜਿਉਵੇਗਾ ਨਾ, ਅੰਦਰੋਂ ਮਜ਼ਬੂਤ ਹੋਵੇਗਾ ਤੇ ਬਾਹਰੀ ਸਮਾਜ ਵੀ ਮਜ਼ਬੂਤ ਬਣੇਗਾ। ਬਾਹਰੀ ਤੌਰ ਤੇ ਜਦੋਂ ਹੀ ਅਸੀਂ ਪਾਵਨ ਗੁਰਬਾਣੀ ਦੇ ਇਹਨਾਂ ਪਾਵਨ ਸ਼ਬਦਾਂ ਨੂੰ ਪੜ੍ਹਦੇ ਹਾਂ ਜਾਂ ਵਿਚਾਰਦੇ ਹਾਂ, ਗੁਰਬਾਣੀ ਦੇ ਵਿੱਚ ਇੱਕ ਹੋਰ ਬੜਾ ਪਿਆਰਾ ਬੋਲ ਹੈ, ਕਹਿੰਦੇ ਸਭ ਸੁਖਾਲੀ ਬੁੱਠੀਆ ਇਹ ਹੋਆ ਹਲੇਮੀ ਰਾਜ ਜੀਓ। ਹਲੇਮੀ ਰਾਜ, ਹਲੀਮੀ ਦਾ ਰਾਜ, ਨਿਮਰਤਾ ਦਾ ਰਾਜ। ਹੁਣ ਇਹੋ ਜਿਹਾ ਰਾਜ ਕਰਨ ਦੇ ਲਈ ਸਭ ਤੋਂ ਪਹਿਲਾਂ ਬੰਦੇ ਨੂੰ ਆਪਣੇ ਆਪ ਦੇ ਉੱਤੇ ਨਿਮਰਤਾ ਦਾ ਰਾਜ ਕਰਨਾ ਪਵੇਗਾ। ਸੋਹਣੇ ਸਮਾਜ ਦੀ ਸਿਰਜਣਾ ਹੀ ਫੇਰ ਹੁੰਦੀ ਹੈ। ਜਿਹੜੇ ਸਾਡੇ ਗੁਰੂ ਸਾਹਿਬਾਨਾਂ ਨੇ, ਸਾਡੇ ਭਗਤਾਂ ਨੇ, ਸਾਡੇ ਸਤਿਕਾਰਯੋਗ ਮਹਾਂਪੁਰਸ਼ਾਂ ਨੇ ਬਾਣੀ ਲਿਖੀ ਹੈ ਨਾ, ਇਹ ਇਸੇ ਭਾਵ ਵਿੱਚੋਂ ਨਿਕਲੀ ਹੈ ਵੀ ਇੱਥੋਂ ਦੇ ਸਮਾਜ ਦੇ ਹਾਲਾਤ, ਇੱਥੋਂ ਦਾ ਰਹਿਣ ਸਹਿਣ, ਇੱਥੋਂ ਦਾ ਢੰਗ ਤਰੀਕਾ, ਇੱਥੋਂ ਦੇ ਕਾਨੂੰਨ ਨਿਯਮ ਇਹੋ ਜਿਹੇ ਹੋਣ ਵੀ ਲੋਕ ਸੁਖੀ ਵਸਣ। ਤੁਸੀਂ ਆਮ ਵੇਖੋ, ਅੱਜ ਦੇ ਦੌਰ ਵਿੱਚ ਇਹ ਕਾਫੀ ਗੱਲ ਪ੍ਰਚਲਿਤ, ਅਸੀਂ ਆਮ ਗੱਲ ਕਹਿੰਦੇ ਆ ਵੀ ਦੇਖੋ ਇਸ ਮੁਲਕ ਦੇ ਅੰਦਰ ਨਾ ਰਹਿਣਾ ਬੰਦੇ ਦੇ ਲਈ ਸੁਰੱਖਿਅਤ ਨਹੀਂ ਹੈ, ਸੇਫ ਨਹੀਂ ਹੈ। ਤੇ ਜਦੋਂ ਅਸੀਂ ਉਹਨਾਂ ਮੁਲਕਾਂ ਦੀ ਗੱਲ ਨੂੰ ਪੜ੍ਹਦੇ ਹਾਂ, ਉਹਨਾਂ ਬਾਰੇ ਸੋਚਦੇ ਹਾਂ, ਵਿਚਾਰਦੇ ਹਾਂ, ਸੁਣਦੇ ਹਾਂ ਵੀ ਬਾਹਰਲੇ ਮੁਲਕ ਜਾਂ ਹੋਰਾਂ ਮੁਲਕਾਂ ਦੇ ਵਿੱਚ ਯਾਰ ਰਹਿਣਾ ਬੜਾ ਸੌਖਾ ਹੈ, ਬੰਦੇ ਦੀ ਕੀਮਤ ਹੈ, ਕਦਰ ਹੈ, ਬੰਦਾ ਇਹ ਭਾਵ ਪੈਦਾ ਕਰਦਾ ਵੀ ਯਾਰ ਇਹੋ ਜਿਹੇ ਮੁਲਕਾਂ ਵਿੱਚ ਰਹਿਣ ਵਾਲੇ ਲੋਕ ਕਿੰਨੇ ਸੁਖੀ ਹੋਣਗੇ। ਅਸੀਂ ਇਹ ਭਾਵ ਬਣਾਉਂਦੇ ਹਾਂ ਵੀ ਕਿੰਨਾ ਸੁਖੀ ਰਿਹਾ ਜਾਂਦਾ ਹੋਗਾ। ਤੇ ਬਹੁਤੇ ਤੁਸੀਂ ਵੇਖੋ ਵੀ ਜਿਨ੍ਹਾਂ ਨੂੰ ਇਹ ਅਹਿਸਾਸ ਹੋ ਜਾਂਦਾ ਨੇ ਵੀ ਸਾਡੇ ਦੇਸ਼, ਸਾਡੇ ਮੁਲਕ ਦੇ ਵਿੱਚ ਆਹ ਕਾਨੂੰਨ, ਆਹ ਧਾਰਾਵਾਂ, ਆਹ ਨਿਯਮ ਸਹੀ ਨਹੀਂ ਹੈਗੇ, ਆਹ ਨਿਯਮ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਆ, ਆਹ ਚੀਜ਼ਾਂ ਸਾਨੂੰ ਗੁਲਾਮ ਕਰਕੇ ਬੈਠੀਆਂ ਨੇ, ਆਹ ਸੋਚਾਂ ਸਾਨੂੰ ਗੁਲਾਮ ਕਰ ਰਹੀਆਂ ਨੇ, ਤੇ ਬੀੜਾ ਉੱਠਦਾ ਹੈ। ਬਹੁਤੇ ਉਸ ਗੁਲਾਮੀ ਦੀਆਂ ਜੰਜਾਲ ਨੂੰ
ਗੁਲਾਮੀ ਦੀਆਂ ਜੜ੍ਹਾਂ ਨੂੰ ਕੱਟਣ ਦੇ ਲਈ ਤੁਰ ਪੈਂਦੇ ਹੈ ਵੀ ਲੋਕਾਂ ਦੇ ਗਲਿਆਂ ਦੇ ਵਿੱਚੋਂ ਆ ਗੁਲਾਮੀ ਦੇ ਰੱਸੇ ਲਾਹੇ ਜਾਣ, ਆ ਗੁਲਾਮੀ ਪਰੇ ਹੋਵੇ, ਗੁਲਾਮੀ ਨਿਕਲੇ। ਤੇ ਤੁਹਾਨੂੰ ਪਤਾ ਹੈ ਵੀ ਬਹੁਤ ਆਪਣੇ ਆਪ ਨੂੰ ਸ਼ਹੀਦ ਕਰਵਾ ਲੈਂਦੇ ਆ, ਆਪਣਾ ਆਪ ਵਾਰ ਦਿੰਦੇ ਆ ਵੀ ਲੋਕ ਆਜ਼ਾਦ ਹੋਣ। ਇਸ ਦਰਦ ਦੇ ਭਾਵ ਨੂੰ ਲੈ ਕੇ ਉਹ ਦੁਨੀਆ ਦੇ ਅੰਦਰ ਵਿਚਰਦੇ ਆ। ਜਿਵੇਂ ਆਪਾਂ ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਪੜ੍ਹਦੇ ਆ ਨਾ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਉਹਨਾਂ ਨੇ ਬੋਲ ਲਿਖੇ ਆ ਨਾ ਵੀ ਸੁਣੀ ਪੁਕਾਰ ਤਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਸਾਹਿਬ ਜਗਤ ਦੇ ਵਿੱਚ ਆਏ ਨੇ ਸੰਸਾਰ ਦਾ ਭਲਾ ਕਰਨ ਵਾਸਤੇ। ਗੁਲਾਮੀ ਦੀਆਂ ਜ਼ੰਜੀਰਾਂ ਨੇ, ਗੁਲਾਮੀ ਦੀਆਂ ਰੱਸੀਆਂ ਨੇ, ਸੰਗਲ ਹੈ ਜਿਹੜੇ ਗੁਲਾਮੀ ਦੇ, ਉਹ ਲਾਉਣ ਵਾਸਤੇ ਗੁਰੂ ਨਾਨਕ ਸਾਹਿਬ ਸੰਸਾਰ ਵਿੱਚ ਆਏ ਨੇ। ਪ੍ਰਮਾਤਮਾ ਜੀ ਨੇ ਉਹਨਾਂ ਨੂੰ ਭੇਜਿਆ। ਉਹਨੂੰ ਪੁਕਾਰ ਕੀ ਸੀ, ਕੌਣ ਕਰ ਰਿਹਾ ਪੁਕਾਰ? ਅਹਿਸਾਸ ਹੋਇਆ ਨਾ ਉਸ ਚੀਜ਼ ਦਾ ਬਾਅਦ ਦੇ ਵਿੱਚ ਵੀ ਗੁਰੂ ਨਾਨਕ ਆਇਆ ਹੈ ਸਾਡੀ ਰੱਖਿਆ ਵਾਸਤੇ, ਸਾਡਾ ਭਲਾ ਕਰਨ ਵਾਸਤੇ, ਵੀ ਇਸ ਸੰਸਾਰ ਦੇ ਵਿੱਚ ਲੋਕਾਂ ਦੇ ਦੁੱਖ ਸੁੱਖ ਸੁਣਨ ਵਾਲਾ, ਗੁਲਾਮੀ ਦੀਆਂ ਜੰਜੀਰਾਂ ਲਾਉਣ ਵਾਲਾ ਕੋਈ ਹੋਵੇ। ਗੁਰੂ ਨਾਨਕ ਸਾਹਿਬ ਨੇ ਉਹ ਕਾਰਜ ਕੀਤਾ। ਤੇ ਆਪਾਂ ਵਿਚਾਰ ਰਹੇ ਸਾਂ ਵੀ ਬਹੁਤ ਜਦੋਂ ਇਸ ਚੀਜ਼ ਦਾ ਅਹਿਸਾਸ ਲੈ ਕੇ ਰਾਹ ਤੇ ਤੁਰਦੇ ਆ ਨਾ ਵੀ ਲੋਕਾਂ ਦੇ ਹੱਕਾਂ ਦੀ ਗੱਲ, ਉਹਨਾਂ ਦੇ ਹੱਕ ਦਿਵਾਉਣ ਦੀ ਗੱਲ ਕਰੀਏ ਤਾਂ ਜ਼ੁਲਮ ਦੀ ਹਨੇਰੀ, ਜ਼ੁਲਮ ਦੀ ਵਾਹ ਵੀ ਚੱਲਦੀ ਹੈ। ਪਰ ਇੱਕ ਪਾਸੇ ਜਿਹੜੇ ਗੁਲਾਮੀ ਦੀਆਂ ਜੜ੍ਹਾਂ ਹਿਲਾਉਣ ਵਾਲੇ ਹੈ, ਜੰਜੀਰਾਂ ਲਾਉਣ ਵਾਲੇ ਹੈ, ਜ਼ੁਲਮ ਦੀਆਂ ਜੜ੍ਹਾਂ ਹਿਲਾਉਣ ਵਾਲੇ ਹੈ, ਉਹ ਵੀ ਫਿਰ ਤਿਆਰ ਰਹਿੰਦੇ ਹੈ, ਤਤਪਰ ਰਹਿੰਦੇ ਹੈ। ਸਮਾਂ ਆਉਂਦਾ ਵੀ ਉਹਨਾਂ ਨੂੰ ਫਿਰ ਉਹ ਚੀਜ਼ ਦਾ ਅਹਿਸਾਸ ਮੁੱਕ ਜਾਂਦਾ ਹੈ ਵੀ ਸਰੀਰ ਜਾਂਦਾ ਹੈ, ਜਾਨ ਜਾਂਦੀ ਹੈ, ਜਾਵੇ, ਕੋਈ ਡਰ ਨਹੀਂ ਹੈ, ਪਰ ਭਲੇ ਦੀ ਭਾਵਨਾ ਨਾ ਖਤਮ ਹੋਵੇ ਸਾਡੇ ਵਿੱਚੋਂ। ਹੁਣ ਜਿਹੜਾ ਭਗਤ ਰਵਿਦਾਸ ਸਾਹਿਬ ਕਿਰਪਾ ਕਰ ਰਹੇ, ਆਪਾਂ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਉਹਨਾਂ ਨੇ ਕਿਰਪਾ ਕੀਤੀ ਹੈ, ਕਹਿੰਦੇ ਅਬ ਮੋਹ ਖੂਬ ਵਤਨ ਗਹ ਪਾਈ, ਮੈਂ ਉਹ ਥਾਂ ਲੱਭ ਰਹੀ ਹੈ ਉਹਾਂ ਖੈਰ ਸਦਾ ਮੇਰੇ ਭਾਈ, ਜਿੱਥੇ ਸਦਾ ਸੁੱਖ ਹੀ ਸੁੱਖ ਹੈ। ਹੁਣੇ ਅਸੀਂ ਵੀ ਕੋਸ਼ਿਸ਼ ਕਰਨੀ ਹੈ ਵੀ ਉਹ ਖੂਬ ਵਤਨ ਹੈ ਜਿਹੜਾ, ਉਹ ਦੇਸ਼, ਉਹ ਮੁਲਕ ਲੱਭੀਏ। ਸਭ ਤੋਂ ਪਹਿਲਾਂ ਆਪਣੇ ਆਪ ਦੇ ਵਿੱਚ ਅਹਿਸਾਸ ਪੈਦਾ ਕਰੀਏ ਸੁੱਖ ਵਾਲਾ। ਸਾਡੇ ਵੀ ਤਾਂ ਗੁਲਾਮੀ ਪਈ ਹੋਈ ਹੈ ਨਾ ਮਨਾਂ ਦੇ ਅੰਦਰ, ਕਿਉਂਕਿ ਮਾਨਸਿਕ ਗੁਲਾਮੀ ਹਮੇਸ਼ਾ ਖਤਰਨਾਕ ਹੁੰਦੀ ਹੈ ਸਰੀਰ ਦੀ ਗੁਲਾਮੀ ਨਾਲੋਂ। ਮਨ ਦੇ ਉੱਤੇ ਕਿਹੋ ਜੀਆਂ ਗੁਲਾਮੀ ਦੀਆਂ ਜੰਜੀਰਾਂ ਨੇ। ਕਰਮਕਾਂਡੀ ਸਾਡਾ ਮਨ ਹੈ, ਵਹਿਮੀ ਹੈ, ਫਿਕਰ, ਬੇਫਾਲਤੂ ਦੀਆਂ ਚਿੰਤਾਵਾਂ, ਮਨ ਕਿੰਨਾ ਡਰਾਇਆ ਪਿਆ ਸਾਡਾ। ਤੇ ਜੇ ਮਨ ਗੁਲਾਮ ਹੈ ਨਾ, ਫਿਰ ਕਿਸੇ ਮਰਜ਼ੀ ਮੁਲਕ ਵਿੱਚ ਚਲੇ ਜਾਵੋ, ਕਿੱਥੇ ਮਰਜ਼ੀ ਰਹੋ, ਕਿੱਡੇ ਮਰਜ਼ੀ ਸੁਤੰਤਰ ਰਾਜਾਂ ਵਿੱਚ ਚਲੇ ਜਾਵੋ, ਕਿੱਥੇ ਮਰਜ਼ੀ ਚਲੇ ਜਾਓ, ਉਹ ਮਨ ਦੀ ਆਜ਼ਾਦੀ ਹਾਸਲ ਨਹੀਂ ਤੁਸੀਂ ਕਰ ਸਕਦੇ। ਵੇਖਿਆ ਹੀ ਆਪਾਂ ਸਮਾਜ ਦੇ ਅੰਦਰ ਜਿਹੜੇ ਲੋਕ ਇੱਧਰ ਕਰਮਕਾਂਡ ਭਰਮਾਂ ਨੂੰ ਮੰਨਦੇ ਆ, ਕਰਮਕਾਂਡਾਂ ਦੇ ਜਾਲ ਵਿੱਚ ਜਿਨ੍ਹਾਂ ਦੇ ਮਨ ਫਸੇ, ਬਾਹਰਲੇ ਮੁਲਕਾਂ 'ਚ ਵੱਡੇ ਵੱਡੇ ਸੁਤੰਤਰ ਰਾਜਾਂ ਵਿੱਚ ਜਾ ਕੇ ਵੀ ਕਰਮਕਾਂਡ ਕਰੀ ਜਾਂਦੇ ਬੰਦੇ, ਜਿਨ੍ਹਾਂ ਦਾ ਇੱਥੇ ਸਵਾਹ ਦੀਆਂ ਪੁੜੀਆਂ ਲੈ ਕੇ ਮਨ ਭਤੀਜਦਾ ਹੈ ਨਾ, ਸਵਾਹ ਦੀਆਂ ਪੁੜੀਆਂ ਤੇ ਲੋਕ ਇੱਥੇ ਵਿਸ਼ਵਾਸ ਕਰਦੇ, ਬਾਹਰਲੇ ਮੁਲਕਾਂ 'ਚ ਵੀ ਕਰੀ ਜਾਂਦੇ ਇਹੋ ਜਿਹਾ। ਜਿਹੜੇ ਧਾਗੇ ਤਵੀਤਾਂ ਤੇ ਇੱਥੇ ਵਿਸ਼ਵਾਸ ਕਰਦੇ, ਬਾਹਰਲੇ ਮੁਲਕਾਂ 'ਚ ਜਾ ਕੇ ਵੀ ਉਹ ਕਰ ਰਹੇ ਆ। ਗੁਲਾਮੀ ਤਾਂ ਉਵੇਂ ਦੀ ਉਵੇਂ ਹੀ ਹੈ ਨਾ, ਬਦਲਿਆ ਤਾਂ ਕੁਝ ਨਹੀਂ ਨਾ। ਗੱਲ ਆਪਣੇ ਮਨ ਦੀ ਹੈ, ਗੱਲ ਅੰਦਰਲੇ ਅਹਿਸਾਸ ਦੀ ਹੈ। ਬਾਹਰੀ ਸਮਾਜ ਜੇ ਸੋਹਣਾ ਸਿਰਜਣਾ ਚਾਹੁੰਦੇ ਹੋ ਨਾ, ਅੰਦਰ ਦੀ ਗੁਲਾਮੀ ਖਤਮ ਕਰਨੀ ਪਵੇਗੀ। ਆਪਣੇ ਆਪ ਨੂੰ ਅਹਿਸਾਸ ਕਰਾਓ ਵੀ ਮੈਂ ਆਜ਼ਾਦ ਹਾਂ, ਮੈਂ ਗੁਲਾਮ ਨਹੀਂ।
ਕਿਉਂਕਿ ਗੁਲਾਮੀ ਹਮੇਸ਼ਾ ਮਨ ਮੰਨਣ ਦੀ ਹੁੰਦੀ ਹੈ। ਮੰਨ ਗਏ ਤਾਂ ਗੁਲਾਮ ਹੀ ਗੁਲਾਮ ਆ, ਤੇ ਜੇ ਨਹੀਂ ਮੰਨਦੇ ਤਾਂ ਆਜ਼ਾਦ ਆ ਅਸੀਂ। ਮਨ ਦੀ ਗੁਲਾਮੀ ਹੁੰਦੀ ਹੈ ਹਮੇਸ਼ਾ, ਮਨ ਦੀ। ਤੇ ਇੱਕ ਗੱਲ ਜ਼ਰੂਰ ਸਮਝੋ, ਆ ਸਾਡੇ ਮਨ ਦੀ ਗੁਲਾਮੀ ਹੀ ਸਾਡੇ ਸਰੀਰ ਦੇ ਉੱਤੇ ਬੀੜੀਆਂ ਪਵਾ ਦਿੰਦੀ ਹੈ, ਸਾਡਾ ਸਰੀਰ ਗੁਲਾਮ ਕਰਾ ਦਿੰਦੀ ਹੈ। ਤੇ ਮਨ ਸਾਡਾ ਜੇ ਆਜ਼ਾਦ ਰਹੇਗਾ ਨਾ, ਜੇ ਮਨ ਸਾਡੀ ਸੋਚ ਆਜ਼ਾਦ ਹੈ, ਤਾਂ ਸਰੀਰ ਨੂੰ ਭਾਵੇਂ ਜਿੰਨਾ ਮਰਜ਼ੀ ਕੋਈ ਜਕੜ ਲਵੇ, ਸਾਡੀ ਸੋਚ ਨੂੰ ਕੋਈ ਫੜ ਨਹੀਂ ਸਕਦਾ, ਕੋਈ ਵੀ ਨਹੀਂ। ਆਪਾਂ ਪਿੱਛੇ ਇਤਿਹਾਸ ਦੇ ਨਾਲ ਸਾਂਝ ਪਾਈ ਸੀ, ਭਾਵੇਂ ਕਿ ਸਤਿਗੁਰ ਦੇ ਲਾਲ ਛੋਟੇ ਸਾਹਿਬਜ਼ਾਦੇ ਕੈਦ ਵਿੱਚ ਹੈ, ਭਾਵੇਂ ਉਹਨਾਂ ਦੀ ਠੰਡੇ ਬੁਰਜ ਵਿੱਚ ਕੈਦ ਹੈ, ਕਚਹਿਰੀਆਂ ਲੱਗਦੀਆਂ ਨੇ, ਪੇਸ਼ੀਆਂ ਪੈਂਦੀਆਂ ਨੇ, ਪਰ ਉਹਨਾਂ ਦੀ ਸੋਚ ਤੋਂ ਲੱਗਦਾ ਹੈ ਵੀ ਗੁਲਾਮੀ ਦਾ ਅਹਿਸਾਸ ਹੀ ਨਹੀਂ ਉਹਨਾਂ ਨੂੰ। ਕਹਿੰਦੇ ਵੀ ਨਹੀਂ, ਅਸੀਂ ਡਰਦੇ ਥੋੜ੍ਹੀ ਹਾਂ ਕਿਸੇ ਤੋਂ, ਸਾਨੂੰ ਕਿਸੇ ਦਾ ਡਰ ਨਹੀਂ, ਨਾ ਖਤਾ ਹੈ ਨਾ ਖੌਫ ਹੈ ਕਿਸੇ ਦਾ ਸਾਨੂੰ। ਡਰਤਾ ਨਹੀਂ ਅਕਾਲ ਕਿਸੀ ਸ਼ਹਿਨशाह ਕੀ ਸ਼ਾਨ ਸੇ, ਅਸੀਂ ਕਿਸੇ ਤੋਂ ਨਹੀਂ ਡਰਦੇ। ਤੁਸੀਂ ਵੇਖੋ ਵੀ ਕਿੱਡੇ ਸਰਬੱਤ ਦੇ ਭਲੇ ਦੀ ਗੱਲ ਹੈ, ਕਿੱਡੇ ਜੋਸ਼ ਚੜ੍ਹਦੀ ਕਲਾ ਦੀ ਗੱਲ ਹੈ। ਇਹ ਚੀਜ਼ ਦਾ ਅਹਿਸਾਸ ਬਣਾਵਾਂਗੇ ਨਾ ਜਿੱਦਣ ਅਸੀਂ ਸਾਡੇ ਵਿੱਚ, ਤਾਂ ਚੜ੍ਹਦੀ ਕਲਾ ਹੋ ਸਕਦੀ ਹੈ। ਪਹਿਲਾਂ ਆਪਣੇ ਆਪ ਦੇ ਵਿੱਚ ਚੜ੍ਹਦੀ ਕਲਾ ਲੈ ਕੇ ਆਈਏ। ਤੇ ਵਿਕਾਰ ਹਮੇਸ਼ਾ, ਫਿਕਰ ਚਿੰਤਾਵਾਂ ਹਮੇਸ਼ਾ ਗੁਲਾਮੀ ਵੱਲ ਨੂੰ ਲਿਜਾਣ ਵਾਸਤੇ ਹੁੰਦੀਆਂ ਨੇ। ਢਹਿੰਦੀ ਕਲਾ ਦੇ ਸੁਨੇਹੇ ਨੇ, ਚਿੰਤਾਵਾਂ ਫਿਕਰ ਕੱਢੀਏ, ਡਰ ਕੱਢੀਏ ਅੰਦਰੋਂ। ਤੇ ਭਗਤ ਰਵਿਦਾਸ ਸਾਹਿਬ ਕਹਿੰਦੇ ਨੇ, ਅਬ ਮੋਹੇ ਖੂਬ ਵਤਨ ਗਹ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਆਪਣੇ ਆਪ ਦੇ ਵਿੱਚੋਂ ਇਸ ਸ਼ਹਿਰ ਨੂੰ ਲੱਭਣ ਦੀ ਕੋਸ਼ਿਸ਼ ਕਰੋ, ਇਸ ਵਤਨ ਨੂੰ ਲੱਭਣ ਦੀ ਕੋਸ਼ਿਸ਼ ਕਰੋ ਵੀ ਮੇਰੇ ਅੰਦਰੋਂ ਵਤਨ ਵਸਦਾ ਹੈ। ਅਹਿਸਾਸ ਤਾਂ ਅਸੀਂ ਖਤਮ ਕਰ ਚੁੱਕੇ ਆ ਨਾ, ਆਪਣੇ ਆਪ ਵਿੱਚੋਂ ਲੱਭੋ ਵੀ ਅਹਿਸਾਸ ਹੈ। ਆ ਕਿੱਡੀ ਗੱਲ ਤੋਂ ਨਾ, ਇਹਨੂੰ ਨੁਕਤੇ ਨੂੰ ਸਮਝੋ। ਜਦੋਂ ਖੰਡੇ ਕੀ ਪਹੁੰਚ ਲੈਂਦੇ ਆ ਨਾ, ਉੱਥੇ ਗੱਲ ਕਿਉਂ ਕਹੀ ਜਾਂਦੀ ਹੈ ਵੀ ਅਸੀਂ ਆਨੰਦਪੁਰ ਸਾਹਿਬ ਦੇ ਵਾਸੀ ਹਾਂ। ਅੰਦਰੋਂ ਭਾਵ ਇਹ ਰੱਖੋ ਵੀ ਮੈਂ ਆਨੰਦਪੁਰ ਸਾਹਿਬ ਦਾ ਵਾਸੀ ਹਾਂ। ਤੇ ਜਦੋਂ ਇਹ ਅਹਿਸਾਸ ਨੂੰ ਲੈ ਕੇ ਦੁਨੀਆ 'ਚ ਜਿੱਥੇ ਮਰਜ਼ੀ ਵਿੱਚ ਰੋਣਾ ਬੰਦਾ ਵੀ ਯਾਰ ਮੈਂ ਆਨੰਦਪੁਰ ਸਾਹਿਬ ਦਾ ਵਾਸੀ ਹਾਂ, ਘਰਾਂ 'ਚ ਭਾਵੇਂ ਜਿੱਥੇ ਮਰਜ਼ੀ ਰਹੋ, ਆ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਚੜ੍ਹਦੀ ਕਲਾ ਦਾ ਲਫ਼ਜ਼ ਸੀ ਵੀ ਮੈਂ ਹਾਂ ਆਨੰਦਪੁਰ ਸਾਹਿਬ ਦਾ ਵਾਸੀ। ਇਹ ਭਾਵ ਕਿੱਡਾ ਬਣਦਾ ਆਪਣੇ ਆਪ ਦੇ ਵਿੱਚ। ਇਹ ਅਹਿਸਾਸ ਨੂੰ ਮਨਾ ਕੇ ਦੁਨੀਆ 'ਚ ਜਿਉਂ ਕੇ ਵੇਖੋ, ਤੁਸੀਂ ਆਲਾ ਦੁਆਲਾ ਵੇਖੋ ਵੀ ਮੈਂ ਆਨੰਦਪੁਰ ਸਾਹਿਬ ਦਾ ਵਾਸੀ ਹਾਂ, ਮੈਂ ਹਾਂ, ਮੈਂ ਕੋਈ ਮਾੜੇ ਕੰਮ ਨਾ ਕਰਾਂ, ਆਨੰਦਪੁਰ ਦਾ ਵਾਸੀ ਹਾਂ, ਆਨੰਦ ਖੇੜੇ ਵਿੱਚ ਰਵਾਂ, ਨਾਨਕ ਭਗਤਾਂ ਸਦਾ ਵਿਗਾਸ। ਤੇ ਆਲਾ ਦੁਆਲਾ ਮੈਂ ਕਿਵੇਂ ਦਾ ਬਣਾਉਣਾ ਹੈ, ਇਹ ਭਾਵ ਵਿੱਚੋਂ ਨਿਕਲਣੀ ਹੈ ਗੱਲ। ਬਹੁਤ ਵੱਡੀਆਂ ਬਾਤਾਂ ਸੀ ਗੁਰੂ ਨਾਨਕ ਦੇ ਦਰ ਦੀਆਂ, ਬਹੁਤ ਜੋਸ਼ ਭਰੀਆਂ ਗੱਲਾਂ। ਆਪਣੇ ਆਪ ਨੂੰ ਆਨੰਦਪੁਰ ਸਾਹਿਬ ਦਾ ਵਾਸੀ ਕਹਿਣਾ। ਤੇ ਭਗਤ ਰਵਿਦਾਸ ਸਾਹਿਬ ਕਿਰਪਾ ਕਰ ਰਹੇ ਆ ਵੀ ਊਹਾਂ ਖੈਰ ਸਦਾ ਮੇਰੇ ਭਾਈ, ਸੁੱਖ ਹੀ ਸੁੱਖ ਹੈ। ਕਿਉਂ? ਕਿਉਂਕਿ ਮੈਂ ਆਨੰਦ ਵਿੱਚ, ਆਨੰਦਪੁਰ ਦਾ ਵਾਸੀ ਹਾਂ। ਮਨ ਨੂੰ ਇਹ ਸੁਨੇਹਾ ਦੇਵੋ ਵੀ ਤੂੰ ਆਨੰਦਪੁਰ ਸਾਹਿਬ ਦਾ ਵਾਸੀ ਹੈ। ਮਨ ਨੂੰ ਇਹ ਸੁਨੇਹਾ ਦੇਵੋ, ਜਿੱਥੇ ਮਰਜ਼ੀ ਵਿਚਰੋ। ਕਾ ਪਿੰਡ ਵਿੱਚ ਰਹਿ ਰਹੇ, ਬਸ ਦੱਸੋ ਮਨ ਨੂੰ ਵੀ ਤੂੰ ਆਨੰਦਪੁਰ ਸਾਹਿਬ ਦਾ ਹੀ ਵਾਸੀ ਹੈ। ਤਾਂ ਹੀ ਤਾਂ ਪਾਵਨ ਗੁਰਬਾਣੀ ਤੇ ਸੁਨੇਹਾ ਸੀ ਨਾ ਵੀ ਗੁਰ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਮੇਰੇ ਹਮੇਸ਼ਾ ਸੰਗ ਹੈ, ਨਾਲ ਹੈ। ਕੱਲਾ ਗੁਰਦੁਆਰੇ ਕਿਉਂ, ਘਰੇ ਵੀ ਨੇ ਮੇਰੇ ਨਾਲ ਹੈ। ਭਾਵ ਹੀ ਹੈ ਨਾ ਵੱਡਾ ਆਪਣੇ ਆਪ ਦੇ ਵਿੱਚ। ਤੇ ਜਦੋਂ ਇਹ ਭਾਵ ਪੈਦਾ ਹੋ ਗਿਆ, ਮਾੜੇ ਕੰਮ ਹੋਣੇ ਨਹੀਂ, ਤੇ ਚਿੰਤਾਵਾਂ ਫਿਕਰ ਚੁੰਬੜਨੀਆਂ ਨਹੀਂ, ਕਰਮ ਕਾਂਡ ਹੋਣੇ ਨਹੀਂ। ਤੇ ਜਦੋਂ ਇਹ ਭਾਵ ਸਾਰਿਆਂ ਵਿੱਚ ਪੈਦਾ ਹੋ ਗਿਆ, ਸਾਡਾ ਅੰਦਰੋਂ ਵੀ ਆ ਸ਼ਹਿਰ ਜੇ ਸਾਨੂੰ ਲੱਭ ਗਿਆ, ਵਤਨ ਸਾਡਾ ਆ ਸਰੀਰ ਪਿੰਡਾ ਹੈ ਜਿਹੜਾ, ਇੱਕ ਇਹੋ ਜਿਹਾ ਸ਼ਹਿਰ ਬਣ ਗਿਆ ਵੀ ਜਿੱਥੇ ਸੁੱਖ ਹੀ ਸੁੱਖ ਹੈ ਅੰਦਰ। ਤੇ ਆਲਾ ਦੁਆਲਾ ਵੀ ਸਾਡਾ ਉਵੇਂ ਦਾ ਫਿਰ ਬਣ ਸਕਦਾ ਹੈ। ਤੇ ਇਸੇ ਤਰ੍ਹਾਂ ਭਗਤ ਰਵਿਦਾਸ ਸਾਹਿਬ ਪਹਿਲੇ ਬੰਦ ਵਿੱਚ ਕਿਰਪਾ ਕਰਦੇ ਐ, ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਂ ਨਹੀਂ ਤੇ ਠਾਉ। ਬੇਗਮਪੁਰਾ, ਬੇਗਮ ਇੱਕ ਤਾਂ ਹੁੰਦਾ ਗਮ, ਗਮ ਨੂੰ ਮਤਲਬ ਕਹਿੰਦੇ ਦੁੱਖ,
ਬੇਗਮ। ਬੇਗਮ ਦਾ ਮਤਲਬ ਦੁੱਖ ਤੋਂ ਰਹਿਤ, ਗਮਾਂ ਤੋਂ ਰਹਿਤ। ਬੇਗਮਪੁਰਾ ਸ਼ਹਿਰ ਕੋ ਨਾਉ, ਜਿੱਥੇ ਮੈਂ ਵਸਿਆ ਉਹਦਾ ਨਾਮ ਬੇਗਮਪੁਰਾ ਹੈ। ਬੇਗਮਪੁਰਾ, ਜਿੱਥੇ ਦੁੱਖ ਹੀ ਦੁੱਖ, ਜਿੱਥੇ ਦੁੱਖ ਹੈ ਹੀ ਨਹੀਂ ਕੋਈ, ਸੁੱਖ ਹੀ ਸੁੱਖ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੇ ਠਾਉ। ਦੁੱਖ ਹੈ ਹੀ ਨਹੀਂ ਉੱਥੇ। ਅੰਦੋ ਦਾ ਮਤਲਬ ਹੁੰਦਾ ਚਿੰਤਾ, ਤੇ ਠਾਉ ਦੁੱਖ ਅੰਦੋ ਨਹੀਂ ਤੇ ਠਾਉ। ਉੱਥੇ ਚਿੰਤਾ ਦੁੱਖ ਹੈ ਹੀ ਨਹੀਂ ਹੈ। ਦੇਖੋ ਆਲੇ ਦੁਆਲੇ ਸਮਾਜ ਵਿੱਚ ਆਪਾਂ ਵਿਚਰ ਰਹੇ ਹਾਂ, ਸਾਰੇ ਆਲੇ ਦੁਆਲੇ ਜਿਹੜਾ ਸਮਾਜ ਹੈ, ਇੱਥੇ ਅਲੱਗ ਅਲੱਗ ਜਮਾਤਾਂ ਬਣੀਆਂ ਹੋਈਆਂ ਨੇ। ਮੰਨ ਲਓ ਕੋਈ ਪੋਲੀਟੀਕਲ ਰਾਜਨੀਤਿਕ ਧਿਰ ਹੈ, ਕੋਈ ਧਾਰਮਿਕ ਧਿਰ ਹੈ, ਇੱਕ ਦੂਸਰੇ ਦੇ ਵਿਰੋਧੀ ਸਾਰੇ ਬਣੇ ਹੋਏ ਹੈ। ਇੱਕ ਜਮਾਤ ਦੂਜੀ ਜਮਾਤ ਦੀ ਵਿਰੋਧੀ ਹੈ, ਤੇ ਚੱਲਦਾ ਹੈ ਪਹਿਲੇ ਦਿਨ ਤੋਂ, ਪਹਿਲਾਂ ਤੋਂ ਹੀ ਚੱਲਦਾ ਹੈ। ਪਰ ਇਹ ਚੀਜ਼ ਜਿਹੜੀ ਭਗਤ ਰਵਿਦਾਸ ਸਾਹਿਬ ਜਿਸ ਚੀਜ਼ ਦਾ ਅਹਿਸਾਸ ਕਰਾ ਰਹੇ ਹੈ ਨਾ, ਇਹ ਆਪਣੇ ਆਪ ਵਿੱਚੋਂ ਪੈਦਾ ਕਰੋ। ਬਾਹਰ ਚੱਲਦਾ ਚੱਲੀ ਜਾਵੇ, ਪਰ ਆਪਣੇ ਆਪ ਵਿੱਚੋਂ ਪੈਦਾ ਕਰੋ ਵੀ ਮੈਂ ਉੱਥੇ ਵਸ ਰਿਹਾ, ਉਸ ਭਾਵ 'ਚ ਵਸ ਰਿਹਾ, ਦੁੱਖ ਅੰਦੋ ਨਹੀਂ ਤੇ ਠਾਉ। ਤੇ ਜਿਨ੍ਹਾਂ ਨੇ ਇਸ ਚੀਜ਼ ਦਾ ਅਹਿਸਾਸ ਬਣਾ ਲਿਆ ਸੀ ਨਾ, ਮੇਰੇ ਅੰਦਰ ਬੇਗਮਪੁਰਾ ਹੈ, ਉਹ ਕਿਸੇ ਦਾ ਨਾ ਤਾਂ ਡਰ ਮੰਨਦੇ ਆ, ਤੇ ਨਾ ਕਿਸੇ ਦਿੱਤੇ ਹੋਏ ਦੁੱਖ ਨੂੰ ਆਪਣੇ ਅੰਦਰ ਤੱਕ ਜਾਣ ਦਿੰਦੇ ਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਇਹ ਭਾਵ ਬਣਾਓ ਆਪਣੇ ਆਪ ਵਿੱਚ ਵੀ ਯਾਰ ਨਾ ਤਾਂ ਕਿਸੇ ਦਾ ਡਰ ਹੈ, ਨਾ ਕਿਸੇ ਦਾ ਫਿਕਰ ਚਿੰਤਾ ਹੈ, ਅਸੀਂ ਬੇਪਰਵਾਹਾਂਗੇ। ਤੇ ਇਸ ਭਾਵ ਨੂੰ ਸਿਰਫ ਆਪਣੇ ਤੱਕ ਨਹੀਂ ਰੱਖਣਾ, ਲੋਕਾਂ ਨੂੰ ਅਹਿਸਾਸ ਕਰਾਉਣ ਦੇ ਲਈ ਤਤਪਰ ਹੋਵੋ, ਤੁਰੋ। ਇਹ ਭਾਈ ਚਿੰਤਾਵਾਂ ਫਿਕਰ ਛੱਡੋ, ਆਓ ਸੋਹਣੇ ਮੁਲਕ ਦੀ ਸਿਰਜਣਾ ਕਰੀਏ। ਤੇ ਉਹ ਸੋਹਣੇ ਮੁਲਕ ਦੀ ਸਿਰਜਣਾ ਕਿੱਥੋਂ ਹੋਣੀ? ਆਪਣੇ ਆਪ ਤੋਂ ਹੋਣੀ ਹੈ। ਜਿਵੇਂ ਆਪਾਂ ਆਪਣੀ ਗੱਲ ਕਰਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਤੇ ਉਹ ਸਰਬੱਤ ਦਾ ਭਲਾ ਕਿਸੇ ਦੂਜੇ ਤੋਂ ਨਹੀਂ ਸ਼ੁਰੂ ਹੁੰਦਾ, ਪਹਿਲਾਂ ਆਪਣੇ ਆਪ ਤੋਂ ਸ਼ੁਰੂ ਹੁੰਦਾ ਸਰਬੱਤ ਦਾ ਭਲਾ। ਆਪਣੇ ਆਪ ਦਾ ਭਲਾ ਕਰ, ਪਹਿਲਾਂ ਆਪਣਾ ਭਲਾ ਕਰ, ਫਿਰ ਦੂਜੇ ਦਾ ਕਰ। ਜਿਹਨੇ ਆਪਣਾ ਭਲਾ ਕੀਤਾ ਉਹੀ ਦੂਜੇ ਦਾ ਕਰ ਸਕਦਾ। ਕਿਉਂ? ਕਿਉਂਕਿ ਆਪਣੇ ਆਪ ਤੇ ਪਹਿਲਾਂ, ਸਭ ਤੋਂ ਪਹਿਲਾਂ ਇੱਥੇ ਜੀ ਦਇਆ ਪ੍ਰਵਾਨ ਹੈ। ਜੀ ਤੇ ਦਇਆ ਕਰ, ਆਪਣੇ ਜੀ ਤੇ, ਆਪਣੇ ਜੀ ਉੱਤੇ ਦਇਆ ਕਰ। ਭਾਵ ਆਪਣੇ ਮਨ ਨੂੰ, ਆਪਣੇ ਤਨ ਨੂੰ ਵਿਕਾਰਾਂ ਤੋਂ ਪਰੇ ਰੱਖ। ਆਪਣੇ ਆਪ ਤੇ ਤਰਸ ਕਰਨਾ ਜਿੱਦਣ ਸਿੱਖ ਗਏ ਨਾ ਅਸੀਂ, ਦੂਜੇ ਦਾ ਵੀ ਭਲਾ ਕਰਨਾ ਸਾਨੂੰ ਆ ਸਕਦਾ। ਹੁਣ ਮੈਂ ਖੁਦ ਵਿਕਾਰੀ ਹੋਵਾਂ, ਮੈਂ ਖੁਦ ਨਸ਼ੇ ਪੱਤੇ ਕਰਦਾ ਹੋਵਾਂ, ਮੇਰਾ ਖੁਦ ਦਾ ਭਲਾ ਨਾ ਹੋਇਆ ਹੋਵੇ, ਮੈਂ ਦੂਜੇ ਦਾ ਕਿੱਥੋਂ ਕਰ ਸਕਦਾ? ਸਰਬੱਤ ਦੇ ਭਲੇ ਦੀ ਭਾਵਨਾ ਹੀ ਆਪਣੇ ਆਪ ਤੋਂ ਪੈਦਾ ਹੁੰਦੀ ਹੈ। ਤੇ ਇੱਕ ਗੱਲ ਹੋਰ ਸਮਝ, ਕਿਸੇ ਦੂਜੇ ਤੇ ਜ਼ੋਰ ਲਾਉਣ ਦੀ ਲੋੜ ਹੀ ਨਹੀਂ ਪੈਣੀ। ਜੇ ਹਰੇਕ ਨੂੰ ਇਹ ਪਤਾ ਲੱਗ ਗਿਆ ਵੀ ਮੈਂ ਆਪਣੇ ਆਪ ਤੇ ਤਰਸ ਕਰਨਾ, ਬਸ ਆਪਣੇ ਆਪ ਨੂੰ ਬਦਲੋ, ਆਪਣੇ ਆਪ ਤੇ ਤਰਸ ਕਰੋ, ਆਪਣੀ ਸੋਚ ਬਦਲੋ। ਆਪਣੇ ਆਹ ਸਰੀਰ ਤੇ ਜਿਹਨੂੰ ਤਰਸ ਕਰਨਾ ਆ ਗਿਆ ਨਾ, ਨਸ਼ਿਆਂ ਤੋਂ ਬਚ ਸਕਦਾ ਉਹ ਬੰਦਾ, ਵਿਕਾਰਾਂ ਤੋਂ ਬਚ ਸਕਦਾ, ਗਲਤ ਕੰਮਾਂ ਤੋਂ ਬਚ ਸਕਦਾ। ਤੇ ਇਹੋ ਹੀ ਤਾਂ ਭਾਵ ਆਪਣੇ ਆਪ ਦੇ ਵਿੱਚ ਬੇਗਮਪੁਰੇ ਦੀ ਹਾਲਾਤ ਤਿਆਰ ਕਰਦਾ ਹੈ। ਇਹੋ ਹੀ ਭਾਵ। ਤੇ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੇ ਠਾਉ। ਤਿਆਰ ਕਰੋ ਆਪਣੇ ਆਪ ਦੇ ਵਿੱਚ ਬੇਗਮਪੁਰਾ। ਜਿੱਦਣ ਹਰੇਕ ਬੰਦੇ ਨੂੰ ਇਹ ਅਹਿਸਾਸ ਹੋਣ ਲੱਗ ਗਿਆ ਨਾ ਵੀ ਮੈਂ ਬੇਗਮਪੁਰੇ 'ਚ ਰਹਿਣਾ, ਮੈਂ ਆਨੰਦਪੁਰ ਸਾਹਿਬ 'ਚ ਰਹਿਣਾ, ਪਿੰਡ ਦਾ ਆਲਾ ਦੁਆਲਾ ਵਾਤਾਵਰਨ ਵੀ ਸਾਡਾ ਬੇਗਮਪੁਰੇ ਵਰਗਾ ਬਣ ਸਕਦਾ, ਆਨੰਦਪੁਰ ਸਾਹਿਬ ਵਰਗਾ ਬਣ ਸਕਦਾ। ਬਣਾਓ ਇਹ ਭਾਵ। ਆ ਗੁਰਬਾਣੀ ਦਾ ਪ੍ਰਚਾਰ ਨਾ ਜਿਹੜਾ ਹਰੇਕ ਇਨਸਾਨ ਦੇ, ਹਰੇਕ ਦੇ ਹਿਰਦੇ ਨੂੰ ਟੱਚ ਕਰਨ ਵਾਲਾ, ਵੀ ਭਾਈ ਹਰੇਕ ਆਪਣੇ ਆਪ ਨੂੰ ਸਮਝੋ ਵੀ ਮੈਂ ਆਨੰਦਪੁਰ 'ਚ ਰਹਿਣਾ, ਮੈਂ ਬੇਗਮਪੁਰੇ 'ਚ ਰਹਿਣਾ। ਇਹ ਭਗਤ ਰਵਿਦਾਸ ਸਾਹਿਬ ਦੀ ਸੋਚ ਹੈ, ਕਿੱਡੀ ਵੱਡੀ ਸੋਚ ਹੈ। ਤੇ ਇਸ ਸੋਚ ਨੂੰ ਅਪਣਾਉਣ ਦੇ ਲਈ, ਇਸ ਚੀਜ਼ ਨੂੰ ਲਾਗੂ ਕਰਨ ਦੇ ਲਈ ਕਿੰਨਾ ਸੰਘਰਸ਼ ਉਹਨਾਂ ਨੇ ਕੀਤਾ ਹੋਣਾ। ਲੋਕਾਂ ਤੱਕ ਇਹ ਆਵਾਜ਼ ਪਹੁੰਚਾਉਣ ਦੇ ਲਈ, ਭਾਈ ਚਿੰਤਾਵਾਂ ਫਿਕਰ ਛੱਡੋ, ਡਰ ਛੱਡੋ, ਵਹਿਮ ਕਰਮਕਾਂਡ ਛੱਡੋ, ਗਾਵਾਂ ਨੂੰ ਬਾਹਰ ਕਰੋ। ਕਿੱਡਾ ਪ੍ਰਚਾਰ ਕੀਤਾ ਹੋਣਾ ਜ਼ੋਰ ਸ਼ੋਰ ਦੇ ਨਾਲ। ਤੇ ਇਸ ਤਰੀਕੇ ਦੇ ਨਾਲ ਸੋਹਣੇ ਸਮਾਜ ਦੀ ਸਿਰਜਣਾ ਵੀ ਉਹਨਾਂ ਨੇ ਕੀਤੀ। ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੇ ਠਾਉ। ਤੇ ਅੱਗੇ ਉਹ ਕਿਰਪਾ ਕਰਦੇ ਆ, ਕਹਿੰਦੇ ਨਾ ਤਸਵੀਸ ਖਿਰਾਜ਼ ਨਾ ਮਾਲ।
ਤਸਵੀਸ ਦਾ ਮਤਲਬ ਹੁੰਦਾ ਘਬਰਾਹਟ, ਸੋਚ। ਨਾ ਤਸਵੀਸ ਸੋਚ ਭਾਵ ਚਿੰਤਾ, ਘਬਰਾਹਟ, ਜ਼ਿਆਦਾ ਗੰਭੀਰ ਵਿੱਚ ਜਾ ਕੇ ਸੋਚਣ ਨੂੰ ਚਿੰਤਾ ਕਹਿੰਦੇ ਨੇ। ਕਹਿੰਦੇ ਮੈਂ ਇਹੋ ਜਿਹੇ ਥਾਂ ਵਸਦਾ ਜਿੱਥੇ ਚਿੰਤਾ ਹੀ ਖਤਮ ਹੋ ਗਈ। ਇਹ ਨਹੀਂ ਵੀ ਕੋਈ ਵੱਖਰਾ ਮੁਲਕ ਹੈ, ਆਪਣੇ ਆਪ 'ਚ ਪੈਦਾ ਕਰੋ ਵੀ ਮੈਂ ਉਸ ਥਾਂ ਤੇ ਵਸ ਰਿਹਾ, ਚਿੰਤਾ ਹੀ ਹੈ ਨਹੀਂ ਮੈਨੂੰ ਕੋਈ। ਆਪਣੇ ਆਪ ਨੂੰ ਇਹੋ ਜਿਹੀ ਵਾਤਾਵਰਨ 'ਚ ਬਣਾ ਲਓ, ਆਪਣੇ ਆਲੇ ਦੁਆਲੇ ਇਹੋ ਜਿਹਾ ਵਾਤਾਵਰਨ ਪੈਦਾ ਕਰ ਲਓ, ਯਾਰ ਘਬਰਾਹਟ ਹੀ ਹੈ ਨਹੀਂ ਕੋਈ। ਨਾ ਤਸਵੀਸ ਖਿਰਾਜ਼ ਨਾ ਮਾਲ, ਖਿਰਾਜ਼ ਦਾ ਮਤਲਬ ਹੁੰਦਾ ਟੈਕਸ, ਕਰ, ਮਾਲ, ਮਾਲ ਦਾ ਮਤਲਬ ਹੁੰਦਾ ਜਾਇਦਾਦ। ਨਾ ਤਸਵੀਸ ਖਿਰਾਜ਼ ਨਾ ਮਾਲ, ਤੇ ਨਾ ਹੀ ਮੇਰੇ ਕੋਲ ਇਹੋ ਜਿਹੀ ਜਾਇਦਾਦ ਹੈ ਜਿਹਦੇ ਤੇ ਟੈਕਸ ਲੱਗਦਾ ਹੋਵੇ। ਤੇ ਇੱਕ ਗੱਲ ਨੂੰ ਜ਼ਰੂਰ ਸਮਝੋ, ਕਰਮ ਕਾਂਡਾਂ ਤੇ ਵਿਕਾਰਾਂ ਤੇ ਹਮੇਸ਼ਾ ਟੈਕਸ ਲੱਗਦਾ ਹੈ। ਇੱਕ ਤਾਂ ਬਾਹਰੀ ਤੌਰ ਤੇ ਟੈਕਸ ਲੱਗਦਾ ਹੀ ਲੱਗਦਾ ਹੈ, ਜੇ ਅੰਦਰ ਵਿਕਾਰ ਹੋਣਗੇ ਨਾ ਤਾਂ ਉਦੋਂ ਵੀ ਟੈਕਸ ਲੱਗੇਗਾ। ਕਿ ਹਮੇਸ਼ਾ ਔਗਣ ਸਾਡੇ ਗੁਣਾਂ ਨੂੰ ਕਰ ਲਾ ਕੇ ਲੈ ਜਾਂਦੇ ਆ, ਟੈਕਸ ਲਾ ਕੇ ਲੈ ਜਾਂਦੇ ਆ, ਉਡਾ ਕੇ ਲੈ ਜਾਂਦੇ ਆ। ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੁੱਟੈ। ਜਗਾਤ ਦਾ ਮਤਲਬ ਵੀ ਟੈਕਸ ਹੀ ਹੁੰਦਾ। ਕਰਮ ਕਾਂਡ ਹਮੇਸ਼ਾ ਜਗਾਤ ਲਾਉਂਦੇ ਆ, ਕਰ ਲਾਉਂਦੇ ਆ, ਟੈਕਸ ਲਾਉਂਦੇ ਆ। ਸਾਡੇ ਅੰਦਰੋਂ ਸਾਡਾ ਆਤਮਿਕ ਸਰਮਾਇਆ ਲੁੱਟ ਕੇ ਲੈ ਜਾਂਦੇ ਆ, ਸਾਡੀ ਜ਼ਮੀਰ ਨੂੰ ਲੁੱਟ ਕੇ ਲੈ ਜਾਂਦੇ ਆ। ਤੇ ਉਹ ਕਹਿੰਦੇ ਜੇ ਚਿੰਤਾ ਹੀ ਨਹੀਂ ਹੈ, ਮੈਂ ਔਗਣ ਨੇੜੇ ਆਉਣ ਹੀ ਨਹੀਂ ਦਿੱਤਾ, ਗਾਮ ਹੀ ਕੋਈ ਨਹੀਂ ਹੈ, ਫਿਕਰ ਹੈ ਹੀ ਨਹੀਂ ਹੈ, ਟੈਕਸ ਹੀ ਕੋਈ ਨਹੀਂ ਲੱਗਿਆ ਮੇਰੇ ਤੇ। ਨਾ ਤਸਵੀਸ ਖਿਰਾਜ਼ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਕਹਿੰਦੇ ਇਸ ਅਵਸਥਾ ਵਿੱਚ ਪਾਪ ਕਰਮ ਕਰਨ ਦਾ ਖਤਰਾ ਨਹੀਂ ਹੈ, ਵੀ ਮੈਥੋਂ ਮਾੜਾ ਕੰਮ ਨਾ ਹੋ ਜਾਵੇ, ਕਿਉਂਕਿ ਮੈਂ ਹਮੇਸ਼ਾ ਗੁਰੂ ਦੇ ਭਾਵ ਵਿੱਚ ਰਹਿਣਾ, ਗੁਰੂ ਦੀ ਮੰਨ ਲਓ ਵੀ ਛਤਰ ਛਾਇਆ ਵਿੱਚ ਰਹਿਣਾ। ਡਰ ਹੀ ਨਹੀਂ ਹੈ ਵੀ ਮੈਥੋਂ ਕੋਈ ਮਾੜਾ ਕੰਮ ਹੋ ਜਾਵੇਗਾ। ਕਹਿੰਦੇ ਕੋਈ ਡਰ ਨਹੀਂ ਹੈ, ਕੋਈ ਗਿਰਾਵਟ ਨਹੀਂ। ਖੌਫ ਨਾ ਕਤਾ ਨਾ ਤਰਸ ਜਵਾਲ। ਤੇ ਅੱਗੇ ਕਿਰਪਾ ਕੀਤੀ ਹੈ, ਕਹਿੰਦੇ ਕਾਇਮ ਦਾਇਮ ਸਦਾ ਪਾਤਸ਼ਾਹੀ। ਕਾਇਮ ਦਾਇਮ ਸਦਾ ਰਹਿਣ ਵਾਲੀ, ਹਮੇਸ਼ਾ ਰਹਿਣ ਵਾਲੀ ਪਾਤਸ਼ਾਹਤ ਪੈਦਾ ਕੀਤੀ ਹੈ ਮੈਂ ਆਪਣੇ ਆਪ ਦੇ ਵਿੱਚ, ਬਾਦਸ਼ਾਹਤ ਪੈਦਾ ਕਰ ਲਈ ਹੈ ਮੈਂ। ਤੇ ਇਹ ਬਾਦਸ਼ਾਹਤ ਮੈਥੋਂ ਕੋਈ ਖੋ ਹੀ ਨਹੀਂ ਸਕਦਾ। ਆਪਣੇ ਮਨ ਦਾ ਮੈਂ ਆਪ ਰਾਜਾ, ਆਪਣੇ ਸਰੀਰ ਦਾ ਮੈਂ ਆਪ ਰਾਜਾ। ਕੋਈ ਖੋ ਕੇ ਵਿਖਾਵੇ ਆ ਰਾਜ ਮੇਰੇ ਤੋਂ, ਬਾਹਰੀ ਰਾਜ ਤਾਂ ਖੁਦ ਸੇ ਜਾ ਸਕਦਾ ਹੈ, ਪਰ ਆ ਮੇਰੇ ਕੋਲ ਜਿਹੜੀ ਬਾਦਸ਼ਾਹਤ ਹੈ ਨਾ, ਮੈਂ ਆਪਣੇ ਆਪ ਤੇ ਰਾਜ ਕਰਨਾ ਸਿੱਖ ਲਿਆ, ਕੋਈ ਨਹੀਂ ਖੋ ਸਕਦਾ ਮੈਥੋਂ ਆ ਬਾਦਸ਼ਾਹਤ। ਤਾਂ ਹੀ ਤਾਂ ਤੁਸੀਂ ਇਤਿਹਾਸ ਵਿੱਚ ਬੋਲ ਪੜਿਆ ਨਾ ਵੀ ਖਾਲਸਾ ਹਮੇਸ਼ਾ ਆਪਣੇ ਆਪ ਨੂੰ ਬਾਦਸ਼ਾਹ ਸਮਝਦਾ ਹੈ। ਜਿਵੇਂ ਫਰਕਸ਼ੀਅਰ ਪੁੱਛਦਾ ਸੀ ਨਾ, ਕਿ ਫਰਕਸ਼ੀਅਰ ਨੂੰ ਪੁੱਛਿਆ, ਮਤਲਬ ਆ ਕੇ ਅਬਦਾਲੀ ਨੇ, ਵੀ ਇਹ ਬੰਦੇ ਜਿਹੜੇ ਨੇ, ਕਹਿੰਦੇ ਉਹ ਆਪਣੇ ਆਪ ਨੂੰ ਬਾਦਸ਼ਾਹ ਸਮਝਦੇ ਨੇ, ਆਪਣੇ ਆਪ ਦੇ ਵਿੱਚ ਰਾਜ ਕਰਦੇ ਨੇ ਬੰਦੇ। ਤੇ ਉਹਨੇ ਕਿਹਾ ਸੀ ਵੀ ਇਹਨਾਂ ਦੇ ਵਿੱਚੋਂ ਮੈਨੂੰ ਬਾਦਸ਼ਾਹਤ ਦੀ ਬੂ ਆਉਂਦੀ ਹੈ। ਆਪਣੇ ਆਪ ਨੂੰ ਜਿਹੜੇ ਬਾਦਸ਼ਾਹ, ਜੰਗਲਾਂ ਵਿੱਚ ਰਹਿੰਦੇ ਵੀ ਬਾਦਸ਼ਾਹ ਸਮਝ ਰਹੇ ਆ। ਤੇ ਆ ਬੋਲ ਕਿੱਡੇ ਤਕੜੇ ਆ ਵੀ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ। ਇਹ ਨਹੀਂ ਹੈ ਵੀ ਕੋਈ ਸਮਾਂ ਉਹ ਖਾਲਸਾ ਰਾਜ ਉਦੋਂ ਕਰੂਗਾ, ਖਾਲਸਾ ਹੁਣ ਵੀ ਰਾਜ ਕਰ ਸਕਦਾ ਹੈ। ਆਪਣੇ ਆਪ ਤੇ ਰਾਜ ਕਰਨਾ ਸਿੱਖੋ ਪਹਿਲਾਂ। ਤੇ ਜਿਹੜੇ ਲੋਕ ਕਿਸੇ ਦਾ ਡਰ ਹੀ ਨਾ ਮੰਨਣ, ਕਿਸੇ ਦਾ ਹੀ ਨਾ ਮੰਨਣ ਹੀ ਨਾ, ਉਹ ਆਪਣੇ ਆਪ ਵਿੱਚ ਆਜ਼ਾਦ ਹੈ। ਸਾਨੂੰ ਕਿਸੇ ਤੋਂ ਭੀਖ ਮੰਗਣ ਦੀ ਕੀ ਲੋੜ ਹੈ ਵੀ ਸਾਨੂੰ ਰਾਜ ਦਿਓ। ਅਸੀਂ ਤਾਂ ਖੁਦ ਲਤਾੜੇ ਗਏ, ਅਸੀਂ ਤਾਂ ਖੁਦ ਆਪਣੇ ਆਪ ਨੂੰ ਪਿੱਛੇ ਸੁੱਟੀ ਬੈਠੇ ਹਾਂ। ਜੇ ਸਾਡੇ ਅੰਦਰ ਆ ਭਾਵਨਾ ਬਣ ਜਾਵੇ ਨਾ ਵੀ ਅਸੀਂ ਯਾਰ ਆਪ ਖਾਲਸੇ, ਆਪ ਰਾਜ ਹੈ ਸਾਡਾ, ਅਸੀਂ ਤਾਂ ਕਿਸੇ, ਮੰਨ ਲਓ ਵੀ ਮਾਫ ਕਰਨਾ, ਜਿਨ੍ਹਾਂ ਦੇ ਪਿੱਛੇ ਅਸੀਂ ਲੱਗੇ ਹੋਏ ਆ, ਜੁੱਤੀ ਚੱਟ ਬਣੇ ਹੋਏ ਆ, ਉਹਨਾਂ ਦੀ ਤਾਂ ਸਾਨੂੰ ਲੋੜ ਹੀ ਕੋਈ ਨਹੀਂ। ਜਿਨ੍ਹਾਂ ਪਿੱਛੇ ਲੱਗ ਲੱਗ ਕੇ ਅਸੀਂ ਆਪਣੇ ਭਾਈਚਾਰਕ ਸਾਂਝਾ ਆਪਣੇ ਪਿੰਡਾਂ ਵਿੱਚ ਦਫਾੜ ਪਾਏ ਹੋਏ ਆ, ਉਹਨਾਂ ਪਿੱਛੇ ਜਾਣ ਦੀ ਲੋੜ ਨਹੀਂ। ਜੇ ਆਹ ਭਾਵ ਹੀ ਬਣ ਜਾਵੇ ਵੀ ਅਸੀਂ ਰਾਜ ਹੀ ਕਰਦੇ ਹਾਂ, ਅਸੀਂ ਹੁਣ ਕਿਹੜਾ ਵੀ ਹੈ ਨਹੀਂ ਗੇ, ਅਸੀਂ ਬਾਦਸ਼ਾਹੀਆਂ, ਸਾਨੂੰ ਗੁਰੂ ਬਾਦਸ਼ਾਹੀਆਂ ਬਖਸ਼ ਕੇ ਗਿਆ, ਰਾਜ ਕਰੇਗਾ ਖਾਲਸਾ, ਭਾਵ ਪੈਦਾ ਕਰੋ। ਭਗਤ ਰਵਿਦਾਸ ਸਾਹਿਬ ਕਹਿੰਦੇ ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮਨਾ ਸੇਮ ਏਕ ਸੁਆਹੀ। ਕਹਿੰਦੇ ਕਿਸੇ ਦੂਜੇ ਤੀਜੇ ਦਾ ਦਰਜਾ ਹੀ ਕੋਈ ਨਹੀਂ ਉੱਥੇ, ਜਿਸ ਭਾਵ ਵਿੱਚ ਮੈਂ ਜਿਉਣਾ। ਕੋਈ ਦੂਜਾ ਤੀਜਾ ਹੈ ਹੀ ਨਹੀਂ, ਬਸ ਇੱਕੋ ਮਾਲਕ ਦੀ ਇੱਥੇ ਯਾਦ ਹੈ, ਇੱਕੋ ਪਾਤਸ਼ਾਹ ਦੇ ਅਸੀਂ ਉਪਾਸ਼ਕਾਂ। ਤੇ ਖਾਲਸੇ ਦਾ ਭਾਵ ਹੀ ਇਹ ਹੈ, ਜਿਹੜਾ ਸਿਰਫ ਇੱਕ ਕਰਤਾਰ ਤੋਂ ਡਰਦਾ, ਕਿਸੇ ਦੂਜੇ ਤੋਂ ਡਰਦਾ ਹੀ ਨਹੀਂ ਹੈ। ਭਾਵ ਬਣਾਓ ਆਪਣੇ ਆਪ ਦੇ ਵਿੱਚ।
ਤੇ ਕਹਿੰਦੇ ਆਬਾਦਾਨ ਸਦਾ ਮਸ਼ਹੂਰ, ਊਹਾਂ ਗਣੀ ਬਸੈ ਮਾਮੂਰ। ਉਹ ਸ਼ਹਿਰ ਸਦਾ ਉੱਗਾ ਹੈ ਤੇ ਵਸਦਾ ਹੈ। ਇਹ ਸ਼ਹਿਰ ਜਿਹਦੇ ਵਿੱਚ ਮੈਂ, ਜਿਸ ਭਾਵ ਵਿੱਚ ਮੈਂ ਜਿਉਣਾ, ਇਹ ਸ਼ਹਿਰ ਹਮੇਸ਼ਾ ਵਸਦਾ ਹੈ। ਇੱਥੇ ਕੋਈ ਭੁੱਖਾ ਨਹੀਂ ਹੈ। ਊਹਾਂ ਬਸੈ ਸਦਾ ਮਾਮੂਰ, ਇੱਥੇ ਹਮੇਸ਼ਾ ਰੱਜੇ ਹੋਏ ਲੋਕ ਵਸਦੇ ਆ, ਰੱਜੇ ਹੋਏ। ਕਹਿੰਦੇ ਤਿਉਂ ਤਿਉਂ ਸੈਲ ਕਰਹਿ ਜਿਉ ਭਾਵੈ, ਕਹਿਰ ਮਹਿਰ ਮਹਿਲ ਨਾ ਕੋ ਅਟਕਾਵੈ। ਉਸ ਆਤਮਿਕ ਸਰੀਰ ਵਿੱਚ ਅਪੜੇ ਹੋਏ ਆਨੰਦ ਨਾਲ ਵਿਚਰਦੇ ਆ ਲੋਕ, ਜਿਹੜੇ ਇਸ ਸ਼ਹਿਰ ਵਿੱਚ ਅਪੜ ਗਏ, ਜਿਹੜੇ ਇਸ ਭਾਵ ਵਿੱਚ ਜਿਉਣ ਲੱਗ ਪਏ। ਮਹਿਰ ਮਹਿਲ ਨਾ ਕੋ ਅਟਕਾਵੈ। ਤੇ ਕਹਿੰਦੇ ਰੱਬੀ ਮਹਿਲ ਦੇ ਭੇਤੀ ਹੁੰਦੇ ਨੇ, ਇਸ ਵਾਸਤੇ ਕੋਈ ਉਹਨਾਂ ਦੇ ਰਾਹ ਵਿੱਚ ਰੋਕ ਨਹੀਂ ਪਾ ਸਕਦਾ। ਜਿਹੜੇ ਸੁਭਾਅ ਵਿੱਚ ਜਿਉਣ ਲੱਗ ਪਏ ਨਾ, ਆਤਮਿਕ ਸਰਮਾਏ ਨੂੰ ਉੱਚਾ ਕਰਕੇ, ਉਹਨਾਂ ਨੂੰ ਕੋਈ ਭੁਲੇਖੇ 'ਚ ਨਹੀਂ ਪਾ ਸਕਦਾ, ਉਹਨਾਂ ਨੂੰ ਕੋਈ ਭਟਕਾ ਨਹੀਂ ਸਕਦਾ। ਸਦਾ ਆਤਮਿਕ ਜੀਵਨ ਉੱਚਾ ਕਰਕੇ ਜਿਉਂਦੇ ਆ। ਕਹਿੰਦੇ ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸਹਿਰੀ ਸੁਮੀਤ ਹਮਾਰਾ। ਕਹਿੰਦੇ ਸਾਡੇ ਮਿੱਤਰ ਉਹ ਹੈ, ਸਾਡੇ ਦੋਸਤ ਉਹ ਹੈ, ਜਿਹੜੇ ਇਸ ਭਾਵ ਵਿੱਚ, ਸ਼ਹਿਰ ਵਿੱਚ ਜਿਉਂਦੇ ਹੈ। ਕਿਹੜਾ ਸ਼ਹਿਰ? ਜਿਹੜਾ ਬੇਗਮਪੁਰਾ ਸ਼ਹਿਰ ਹੈ। ਇਹ ਪਹਿਲਾਂ ਆਪਣੇ ਆਪ ਵਿੱਚ ਤਿਆਰ ਕਰੀ ਵੀ ਮੈਂ ਬੇਗਮਪੁਰੇ ਸ਼ਹਿਰ ਦਾ ਵਾਸੀ ਹਾਂ। ਜਿੱਦਣ ਇਹ ਗੱਲ ਹਰੇਕ ਇਨਸਾਨ ਨੂੰ ਪਤਾ ਲੱਗੀ, ਸਾਡਾ ਆਲਾ ਦੁਆਲਾ, ਸਾਡਾ ਵਾਤਾਵਰਨ, ਇਨਵਾਇਰਮੈਂਟ ਆਜ਼ਾਦ ਹੋ ਸਕਦੀ ਹੈ, ਸਾਡੇ ਆਲੇ ਦੁਆਲੇ ਵੀ ਬੇਗਮ ਹੋ ਸਕਦਾ ਹੈ, ਗਮ ਰਹਿਤ ਹੋ ਸਕਦੇ ਹਾਂ ਅਸੀਂ। ਕੋਸ਼ਿਸ਼ ਕਰੀਏ ਇਹੋ ਜਿਹੇ ਸਮਾਜ ਦੀ ਸਿਰਜਣਾ ਕਰੀਏ, ਤਾਂ ਹੀ ਸਾਡਾ ਭਾਈ ਪਾਰ ਉਤਾਰਾ ਹੋ ਸਕਦਾ ਹੈ, ਤਾਂ ਹੀ ਅਸੀਂ ਸੌਖੇ ਵਸ ਸਕਦੇ ਹਾਂ। ਗੁਰਬਾਣੀ ਦਾ ਕੱਲਾ ਕੱਲਾ ਵਚਨ ਸਾਡੇ ਭਲੇ ਵਾਸਤੇ। ਬੜੇ ਆਤਮਿਕ ਜੀਵਨ, ਉੱਚੇ ਆਤਮਿਕ ਜੀਵਨ ਜਿਉਣ ਦੀ ਜਿਹੜੀ ਸੋਝੀ ਭਗਤ ਰਵਿਦਾਸ ਸਾਹਿਬ ਇਸ ਪਾਵਨ ਸ਼ਬਦ ਦੇ ਰਾਹੀਂ ਬਖਸ਼ ਰਹੇ ਹੈ। ਤੇ ਬਹੁਤ ਕੁਛ ਅਸੀਂ ਹੋਰ ਵੀ ਇਹਨਾਂ ਪਾਵਨ ਸ਼ਬਦਾਂ ਤੋਂ ਵਿਚਾਰ ਸਕਦੇ ਹਾਂ। ਜਿੱਥੇ ਅਸੀਂ ਆਤਮਿਕ ਜੀਵਨ ਦੀ ਗੱਲ ਕੀਤੀ ਹੈ, ਸਾਡੇ ਆਲੇ ਦੁਆਲੇ ਦੇ ਸਮਾਜ ਨੂੰ, ਸਾਡੇ ਆਲੇ ਦੁਆਲੇ ਨੂੰ ਅਸੀਂ ਵੀ ਇਸ ਤਰੀਕੇ ਦੇ ਨਾਲ ਸਿਰਜਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਉਹਦੀ ਵੀ ਸੇਧ ਸਾਨੂੰ ਇਸ ਪਾਵਨ ਸ਼ਬਦ ਦੇ ਰਾਹੀਂ ਮਿਲਦੀ ਹੈ। ਅਸੀਂ ਕੋਸ਼ਿਸ਼ ਕਰੀਏ, ਪਾਵਨ ਗੁਰਬਾਣੀ ਨੂੰ ਪੜ੍ਹੀਏ, ਤਾਂ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਆਪਣੇ ਆਪ ਦੇ ਵਿੱਚ ਬਾਦਸ਼ਾਹਤ ਪੈਦਾ ਕਰੀਏ, ਤੇ ਬਾਦਸ਼ਾਹਤ ਉਹਨਾਂ ਨੂੰ ਮਿਲਦੀ ਹੈ ਜਿਹੜੇ ਹਮੇਸ਼ਾ ਮਾਲਕ ਦੇ ਭਾਣੇ ਵਿੱਚ ਹੈ, ਜਿਸ ਨੂੰ ਬਖਸ਼ਿਸ਼ ਸਿਫਤ ਸਲਾਹ ਨਾਨਕ ਪਾਤਸ਼ਾਹੀ। ਪਾਤਸ਼ਾਹ ਸੋ ਸਤਿਗੁਰੂ ਰਹਿਮਤ ਕਰਨ। ਪਾਵਨ ਗੁਰਬਾਣੀ ਦੇ ਬੋਲ ਵਿਚਾਰਦੇ ਹਾਂ, ਸਾਂਝੇ ਕਰਦੇ ਹਾਂ। ਅਨੇਕਾਂ ਭੁੱਲਾਂ ਹੋਣੀਆਂ ਸੁਭਾਵਿਕ ਨੇ, ਸਤਿਗੁਰੂ ਬਖਸ਼ਣ ਯੋਗ ਨੇ। ਸਰਬੱਤ ਗੁਰਸਿੱਖ ਸੰਗਤਾਂ ਦਾ ਧੰਨਵਾਦ। ਇਤਨੀਆਂ ਕੁ ਬੇਨਤੀਆਂ ਭਾਈ ਪ੍ਰਵਾਨ ਕਰ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ